ਵਾਹਿਗੁਰੂ ਸਾਹਿਬ ਜੀ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਮੂਕ ਉਚਰੈ ਸਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਹਾਂਜੀ। ਵਾਹਿਗੁਰੂ ਸਾਹਿਬ ਜੀ। ਪਾਤਾਲਾ ਪਾਤਾਲ ਲਖ, ਆਗਾਸਾ ਆਗਾਸ। ਓੜਕ ਓੜਕ ਭਾਲ ਥੱਕੇ, ਵੇਦ ਕਹਿਨ ਇਕ ਬਾਤ। ਸਹਸ 18 ਕਹਿਨ ਕਤੇਪਾ, ਅਸਲੂ ਇਕ ਧਾਤ। ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਪਾਤਾਲਾ ਪਾਤਾਲ ਲਖ, ਆਗਾਸਾ ਆਗਾਸ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਖਾਲਸਾ ਸਾਧ ਸੰਗਤ ਜੀ। ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਹੁੰਚ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹਾਂ। ਸਮੇਂ ਨੂੰ, ਸਵਾਸਾਂ ਨੂੰ ਸਫਲਾ ਕਰ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਇਸ ਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ। ਗੁਰਬਾਣੀ ਦੀ ਕਥਾ ਵਿਚਾਰ ਰਲ ਮਿਲ ਕੇ ਸਰਵਣ ਕਰਦੇ ਹਾਂ। ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਫਤਿਹ ਪਿਆਰ ਨਾਲ ਬੋਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਜੋ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਆਪਾਂ ਸਾਰੇ ਲਾਹੇ ਪ੍ਰਾਪਤ ਕਰਦੇ ਹਾਂ। ਔਰ ਸੰਗਤਾਂ ਜੋ ਵਿਚਾਰਾਂ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਰਹੀਆਂ ਹਨ, ਸੋ ਸਤਿਗੁਰੂ ਜੀ ਕਿਰਪਾ ਕਰਨ ਜੋ ਇਸ ਭਾਗੀਆਂ ਘੜੀਆਂ ਪ੍ਰਾਪਤ ਹੋਈਆਂ, ਇਹ ਸਮਾਂ ਆਪਣਾ ਲੇਖੇ ਦੇ ਵਿੱਚ ਲੱਗ ਜਾਵੇ ਅਤੇ ਸਤਿਗੁਰੂ ਜੀ ਦੇ ਗਿਆਨ ਨੂੰ ਪੱਲੇ ਬੰਨ੍ਹ ਕੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਇਹਨੂੰ ਜ਼ਿੰਦਗੀ ਦੇ ਵਿੱਚ ਕਮਾਈਏ। ਜੋ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਹਨ, ਜਿਨ੍ਹਾਂ ਦੇ ਨਾਲ ਸਾਡਾ ਭਲਾ ਹੋ ਜਾਂਦਾ ਹੈ। ਸੋ ਆਓ 21 ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ। ਅੱਜ 22ਵੀਂ ਪੌੜੀ ਦੀ ਆਰੰਭਤਾ ਹੋਣ ਲੱਗੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਆਓ ਆਪੋ ਆਪਣੀਆਂ ਮਨੋਵਿਰਤੀਆਂ ਨੂੰ ਕਾਗਰ ਕਰਦੇ ਹੋਏ ਸਰਵਣ ਕਰੀਏ ਜੀ। ਪਾਤਾਲਾ ਪਾਤਾਲ ਲਖ, ਆਗਾਸਾ ਆਗਾਸ। ਇਸ ਪੌੜੀ ਦੇ ਵਿੱਚ ਜਿਹੜਾ ਲੱਖ ਸ਼ਬਦ ਆਇਆ ਹੈ, ਇਹਨੂੰ ਲੱਖ ਨਹੀਂ ਬੋਲਣਾ, ਲੱਖ ਇਸ ਤਰ੍ਹਾਂ ਹੀ ਉਚਾਰਨ ਕਰਨਾ। ਗੁਰਬਾਣੀ ਦੇ ਵਿੱਚ ਕਈ ਇਸ ਤਰ੍ਹਾਂ ਦੇ ਸ਼ਬਦ ਹੁੰਦੇ ਨੇ ਜਿਨ੍ਹਾਂ ਨੂੰ ਦੇਲੀ ਦੀਪਕ ਕਿਹਾ ਜਾਂਦਾ। ਦੇਲੀ ਦੀਪਕ ਦਾ ਅਰਥ ਹੁੰਦਾ ਵੀ ਜਿਹੜਾ ਦੇਲੀ ਦੇ ਵਿੱਚ ਦੀਵਾ ਰੱਖ ਦਈਏ ਅਤੇ ਉਹ ਬਾਹਰ ਵੀ ਚਾਨਣ ਕਰਦਾ ਅਤੇ ਅੰਦਰ ਵੀ ਚਾਨਣ ਕਰਦਾ। ਸੋ ਇਸ ਤਰ੍ਹਾਂ ਹੀ ਜਿਹੜੇ ਸ਼ਬਦ ਹੁੰਦੇ ਨੇ ਉਹ ਪਹਿਲੇ ਹਿੱਸੇ ਦੇ ਨਾਲ ਵੀ ਜੁੜ ਜਾਂਦੇ ਨੇ, ਅਤੇ ਜੋ ਪੰਗਤੀ ਅੱਧੀ ਬਚ ਜਾਂਦੀ ਹੈ ਉੱਧਰ ਵੀ ਜੁੜਦਾ ਹੋਵੇ ਅਤੇ ਉਹਨੂੰ ਕਹਿੰਦੇ ਨੇ ਦੇਲੀ ਦੀਪਕ ਸ਼ਬਦ। ਇਹ ਲੱਖ ਜਿਹੜਾ ਸ਼ਬਦ ਹੈ ਇਹ ਦੇਲੀ ਦੀਪਕ ਹੈ। ਇਹਨੂੰ ਇਸ ਤਰ੍ਹਾਂ ਵੀ ਪੜ੍ਹ ਸਕਦੇ ਹਾਂ, ਪਾਤਾਲਾਂ ਪਾਤਾਲ ਲੱਖ, ਆਗਾਸਾ ਆਗਾਸ।
ਤੇ ਜਾਂ ਇਹਨੂੰ ਇਸ ਤਰ੍ਹਾਂ ਵੀ ਪੜ੍ਹ ਸਕਦੇ ਹਾਂ, ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ। ਸੋ ਇਸ ਕਰਕੇ ਇਹਦਾ ਹੁੰਦਾ ਉਹ ਸਪਸ਼ਟ ਹੋ ਜਾਂਦਾ ਹੈ। ਸੋ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਵੀ ਪਾਤਾਲਾਂ ਦੇ ਥੱਲੇ ਹੋਰ ਪਾਤਾਲ ਨੇ ਤੇ ਆਕਾਸ਼ਾਂ ਦੇ ਉੱਪਰ ਹੋਰ ਆਕਾਸ਼ ਆ, ਤੇ ਵੀ ਉਹ ਵੀ ਲੱਖਾਂ ਹੀ ਨੇ। ਤੇ ਇਹ ਪੌੜੀ ਜਦੋਂ ਬਗਦਾਦ ਦੇ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਗਏ, ਉੱਥੇ ਉਚਾਰਨ ਕੀਤੀ ਤਾਂ ਬਗਦਾਦ ਦੇ ਵਿੱਚ ਉਸ ਸਮੇਂ ਹਲਚਲ ਮਚ ਗਈ, ਕਿਉਂਕਿ ਉੱਥੇ ਇਸਲਾਮੀ ਲੋਕ ਜ਼ਿਆਦਾ ਨੇ। ਇਸਲਾਮ ਧਰਮ ਦੇ ਵਿੱਚ 14 ਤਬਕ ਮੰਨੇ ਗਏ ਨੇ, 14 ਤਬਕ ਤੇ ਇੱਕ ਸੂਰਜ ਮੰਨਦੇ ਆ। ਉਹ ਕਹਿੰਦੇ ਵੀ 7 ਆਕਾਸ਼ ਨੇ ਤੇ 7 ਪਤਾਲ ਨੇ, ਇਸਲਾਮ ਧਰਮ ਕਹਿੰਦਾ। ਤੇ ਇਹਦੇ ਅਨੁਸਾਰ ਤੇ ਇੱਕ ਸੂਰਜ ਮੰਡਲ ਮੰਨਦੇ ਨੇ, ਜਿਹੜਾ ਉਸ ਸਮੇਂ ਦਾ ਮੁਖੀ ਸੀ, ਖਲੀਫਾ ਸੀ। ਉਹਨੂੰ ਜਦੋਂ ਪਤਾ ਲੱਗਿਆ ਵੀ ਐਸਾ ਵੀ ਕੋਈ ਕਹਿ ਰਿਹਾ ਹੈ ਵੀ ਲੱਖਾਂ ਹੀ ਪਤਾਲ ਨੇ ਤੇ ਲੱਖਾਂ ਹੀ ਆਕਾਸ਼ ਨੇ, ਪਰ ਸਾਡੇ ਜਿਹੜੇ ਪੀਰ ਮੁਹੰਮਦ ਸਾਹਿਬ ਨੇ ਉਹਨਾਂ ਨੇ ਆਕਾਸ਼ ਪਤਾਲ ਕਹੇ ਨੇ, ਪਰ ਉਹਨਾਂ ਨੇ 7 ਕਹੇ ਨੇ। 7 ਪਤਾਲ ਕਹੇ ਆ, 7 ਆਕਾਸ਼ ਕਹੇ ਆ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਪਹਿਲੀ ਵਾਰ ਦੇ ਵਿੱਚ 2 ਪੌੜੀਆਂ ਦੇ ਵਿੱਚ ਉਚਾਰਨ ਕੀਤਾ। ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ। ਤੇ ਕੌਣ ਸਨ? ਕਹਿੰਦੇ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਨ ਹੋਆ ਜਹਾਨਾ। ਤੇ ਇਸ ਤਰ੍ਹਾਂ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਤੇ ਬਾਂਗ ਦਿੰਦੇ ਨੇ, ਫਿਰ ਇਕੱਠੇ ਹੋ ਕੇ ਨਮਾਜ਼ ਪੜ੍ਹਦੇ ਨੇ। ਤੇ ਬਾਂਗ ਕਿਹੜੀ ਦਿੱਤੀ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਜਿਹੜੀ ਬਾਂਗ ਦਿੱਤੀ ਸੀ, ਮਹਾਰਾਜ ਕਹਿੰਦੇ ਅੱਲਾਹ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਧੰਦੇ ਹੋਏ ਪੈ ਖਾਕ ਫਕੀਰ ਮੁਸਾਫਰ ਇਹੋ ਦਰਵੇਸ਼ ਕਬੂਲ ਦਰਾ। ਖੁਦਾਏ ਏਕ ਬੁੱਝ ਦੇਵ ਹੋ ਬਾਂਗਾ ਬੁਰਗੂ ਬਰ ਖੁਰਦਾਰ ਖਰਾ। ਇਹ ਬਾਂਗ ਦਿੱਤੀ, ਉਹਦੇ ਹੁਕਮ ਦੇ ਵਿੱਚ ਲੱਖਾਂ ਪਾਤਾਲ ਆਕਾਸ਼ ਨੇ ਤੇ ਮਰਦਾਨੇ ਨੇ ਰਬਾਬ ਵਜਾਈ ਤੇ ਗੁਰੂ ਨਾਨਕ ਸਾਹਿਬ ਨੇ ਫਿਰ ਬਾਣੀ ਗਾਇਨ ਕੀਤੀ। ਤੇ ਜਿਹਦੀ ਸਜ਼ਾ ਲਈ ਲੋਕ ਪੱਥਰ ਲੈ ਕੇ ਇਕੱਠੇ ਹੋ ਕੇ ਆਏ, ਪਰ ਮਾਰ ਨਾ ਸਕੇ। ਉਹ ਖਲੀਫਾ ਜਿਹੜਾ ਸੀ ਉਹ ਵੀ ਬਹੁਤ ਪ੍ਰਭਾਵਿਤ ਹੋ ਗਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਗਿਆਨ ਚਰਚਾ ਕਰਨ ਲੱਗਿਆ। ਚਰਚਾ ਕਰਦਿਆਂ ਫਿਰ ਇੱਕ ਸਵਾਲ ਇਹ ਪੁੱਛਿਆ ਵੀ ਕਿ ਰੱਬ ਕਿਵੇਂ ਮਿਲੇਗਾ। ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਇੱਕ ਸ਼ਬਦ ਉਚਾਰਿਆ। ਗੁਰੂ ਨਾਨਕ ਸਾਹਿਬ ਕਹਿੰਦੇ ਖਲੀਫਿਆ ਵੀ ਤੇਰੇ ਕੋਲ ਸ਼ੁਭ ਕਰਮਾਂ ਦਾ ਦੁੱਧ ਹੀ ਨਹੀਂ, ਤੇ ਗੱਲ ਤੂੰ ਤੱਤ ਦੀ ਕਰਦਾ, ਮੱਖਣ ਦੀ ਕਰ ਰਿਹਾ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਪਹਿਲਾਂ ਤੂੰ ਆਪਣਾ ਭਾਂਡਾ ਸਾਫ਼ ਕਰ। ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੂਧੈ ਕੋ ਜਾਵੋ। ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਭਾਈ ਗੁਰਦਾਸ ਜੀ ਕਹਿੰਦੇ ਪਾਤਾਲਾ ਆਕਾਸ਼ ਲੱਖ ਓੜਕ ਭਾਲੀ ਖਬਰ ਸੁਣਾਈ। ਕਹਿੰਦੇ ਵੀ ਸਲਾਹ ਕੀਤੀ ਕਿ ਪੁੱਛੀਏ ਕੁਝ ਸਾਨੂੰ ਵੀ ਦਿਖਾਓ। ਤੇ ਕਹਿਣਾ ਤਾਂ ਬਹੁਤ ਆਸਾਨ ਹੁੰਦਾ, ਕਰਨਾ ਬਹੁਤ ਔਖਾ ਹੁੰਦਾ। ਫਿਰ ਦੁਰਾਇਨ ਦਸਤਗੀਰ ਅਸੀਂ ਪੇ ਵੇਖਾ ਜੋ ਤੋਹੇ ਪਾਈ। ਕਹਿੰਦੇ ਵੀ ਜਿਹੜਾ ਕੁਝ ਦੇਖਿਆ ਤੁਸੀਂ ਵੀ ਸਾਨੂੰ ਵੀ ਦਿਖਾਓ। ਕਹਿਣ ਲੱਗੇ, ਕਹਿੰਦੇ ਵੀ ਮੁਹੰਮਦ ਸਾਹਿਬ ਜੀ ਨੇ ਤਾਂ 14 ਹੀ ਤਬਕ ਕਹੇ ਨੇ, ਤੁਸੀਂ ਲੱਖਾਂ ਕਹਿ ਰਹੇ ਹੋ।
ਗੁਰੂ ਨਾਨਕ ਸਾਹਿਬ ਕਹਿੰਦੇ ਵੀ ਉਹਨਾਂ ਦੀ ਜਿੱਥੋਂ ਤੱਕ ਪਹੁੰਚ ਸੀ ਉਹਨਾਂ ਨੇ ਕਹਿ ਦਿੱਤੇ, ਤੇ ਅਸੀਂ ਜਿਹੜਾ ਕੁਝ ਦੇਖਿਆ ਵਾ ਉਹ ਅਸੀਂ ਕਹਿ ਦਿੱਤਾ, ਤੇ ਜੋ ਪਰਮੇਸ਼ਰ ਵਾਹਿਗੁਰੂ ਨੇ ਸਾਨੂੰ ਦਿਖਾਇਆ ਅਸੀਂ ਉਹੀ ਕਿਹਾ। ਗੁਰੂ ਨਾਨਕ ਸਾਹਿਬ ਕਹਿੰਦੇ ਦਸਤਗੀਰ ਜਿਹੜਾ ਪੀਰ ਸੀ ਉਹ ਦੇਖਣਾ ਚਾਹੁੰਦਾ ਹੈ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਸਾਡੇ ਨਾਲ ਚੱਲੋ, ਤੇ ਆਪਣੇ ਬੇਟੇ ਨੂੰ ਫਿਰ ਨਾਲ ਭੇਜਿਆ। ਭਾਈ ਗੁਰਦਾਸ ਜੀ ਲਿਖਦੇ ਨੇ, ਨਾਲ ਲੀਤਾ ਬੇਟਾ ਪੀਰ ਦਾ, ਅੱਖੀਂ ਮੀਟ ਗਿਆ ਹਵਾਈ। ਦਸਤਗੀਰ ਨੂੰ ਅਜੇ ਭਰਮ ਸੀ ਵੀ ਇਹ ਕਿਵੇਂ ਹੋ ਸਕਦਾ। ਭਾਈ ਗੁਰਦਾਸ ਜੀ ਕਹਿ ਰਹੇ ਨੇ ਵੀ ਪਰਮੇਸ਼ਰ ਦੀਆਂ ਜਿਹੜੀਆਂ ਰਮਜ਼ਾਂ ਨੇ ਉਹਨੂੰ ਕੋਈ ਬਿਰਲਾ ਹੀ ਸਮਝਦਾ, ਦਾਤੇ ਦੀਆਂ ਜੇ ਰਮਜ਼ਾਂ ਨੂੰ ਸਮਝ ਨਾ ਸਕਿਆ ਵੀ ਇਹ ਤਾਂ ਆਤਮਾ ਦੀ ਚਾਲ ਆ। ਜਿਵੇਂ ਭਾਈ ਗੁਰਦਾਸ ਜੀ ਕਵਿਤ ਸਵਈਆਂ ਦੇ ਵਿੱਚ ਲਿਖਦੇ ਨੇ ਵੀ ਜੈਸੇ ਕੋਸ ਭਰ ਚੱਲ ਸਕੀਏ ਨਾ ਪਾਇਨ ਕਹਿ, ਆਤਮਾ ਚਤੁਰਕੁੰਟ ਧਾਏ ਆਵੈ ਪਲ ਕੈ। ਕਹਿੰਦੇ ਆਤਮਾ ਦੀ ਚਾਲ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਦਸਤਗੀਰ ਪੀਰ ਦੇ ਬੇਟੇ ਨੂੰ ਕੋਲ ਬਿਠਾ ਲਿਆ, ਤੇ ਬ੍ਰਹਮ ਗਿਆਨ ਦੁਆਰਾ ਬਾਹਰ ਦੀ ਦੁਨੀਆ ਦੇ ਨਾਲੋਂ ਉਹਦਾ ਸੰਬੰਧ ਤੋੜਤਾ। ਗੁਰੂ ਨਾਨਕ ਸਾਹਿਬ ਨੇ ਬਾਹਰ ਦੀਆਂ ਅੱਖਾਂ ਬੰਦ ਕਰਤੀਆਂ। ਵੈਸੇ ਵੀ ਆਪਣਾ ਆਪ ਦੇਖਣਾ ਹੋਵੇ ਤਾਂ ਇਕਾਂਤ ਦੇ ਵਿੱਚ ਬੈਠ ਕੇ ਵੇਖੋ, ਅੱਖਾਂ ਬੰਦ ਕਰਕੇ ਅੰਤਰ ਧਿਆਨ ਹੋ ਕੇ ਦੇਖੋ, ਫਿਰ ਆਪਾਂ ਨੂੰ ਆਪਣਾ ਆਪ ਨਜ਼ਰ ਆਵੇਗਾ ਅੰਦਰਲਾ, ਤੇ ਉਹ ਫੁਰਨੇ ਉਹ ਵਿਚਾਰ ਬ੍ਰਹਮ ਗਿਆਨ ਦੇ ਨਾਲ ਹੀ ਅੰਦਰੋਂ ਨਿਕਲ ਸਕਦੇ ਨੇ। ਦਸਤਗੀਰ ਪੀਰ ਦੇ ਬੇਟੇ ਦੇ ਫੁਰਨੇ ਬੰਦ ਕਰਤੇ ਗੁਰੂ ਨਾਨਕ ਸਾਹਿਬ ਨੇ, ਬਾਹਰ ਦੀਆਂ ਅੱਖਾਂ ਜਿਹੜੀਆਂ ਸੀ ਉਹ ਬੰਦ ਕਰਤੀਆਂ। ਅੰਤਰਮੁਖੀ ਜਿਹੜੀ ਸੁਰਤ ਸੀ ਉਹਦੀ ਉਹ ਖੋਲਤੀ ਗੁਰੂ ਨਾਨਕ ਸਾਹਿਬ ਨੇ, ਤੇ ਬਾਹਰ ਦੀ ਮੋਹ ਮਾਇਆ ਦੇ ਨੇਤਰ ਜਿਹੜੇ ਸੀ ਉਹ ਬੰਦ ਕਰਤੇ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ, ਤੇ ਲਿਵ ਜੋੜ ਦਿੱਤੀ। ਲੱਖ ਆਕਾਸ ਪਤਾਲ ਲੱਖ, ਅੱਖ ਫੁਰਕ ਵਿੱਚ ਸਭ ਦਿਖਲਾਈ। ਅੱਖ ਫਰਕਣ ਦੇ ਸਮੇਂ ਦੇ ਵਿੱਚ ਹੀ ਸਾਰਾ ਕੁਝ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਸਤਗੀਰ ਪੀਰ ਦੇ ਜਿਹੜਾ ਬੇਟਾ ਸੀ ਉਹਨੂੰ ਦਿਖਾ ਦਿੱਤਾ। ਤੇ ਜਿਉਂ ਹੀ ਸੁਰਤ ਜਿਹੜੀ ਸੀ ਅੰਤਰਮੁਖੀ ਹੋਈ, ਅੰਦਰਲੀ ਅੱਖ ਖੁੱਲੀ, ਬਸ ਅੱਖ ਦੇ ਫੋਰ ਦੇ ਵਿੱਚ ਹੀ ਸਭ ਕੁਝ ਦਿਖਾ ਦਿੱਤਾ। ਤੇ ਫਿਰ ਉਹ ਦਸਤਗੀਰ ਪੀਰ ਤੇ ਉਹਦਾ ਬੇਟਾ ਜਿਹੜਾ ਸੀ ਉਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਢਹਿ ਪਏ, ਤੇ ਸਾਰੇ ਬਗਦਾਦ ਦੀਆਂ ਸੰਗਤਾਂ ਵੀ ਤੇ ਜਿਹੜੇ ਉੱਥੋਂ ਦੇ ਲੋਕ ਸੀ ਉਹ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਉੱਪਰ ਢਹਿ ਕੇ ਤੇ ਕਹਿ ਰਹੇ ਹਨ, ਓੜਕ ਓੜਕ ਭਾਲ ਤੱਕੇ, ਵੇਦ ਕਹਿਨ ਇੱਕ ਬਾਤ। ਓੜਕ ਦਾ ਅਰਥ ਹੁੰਦਾ ਅੰਤ, ਤੇ ਅੰਤ ਪਾਉਂਦੇ ਪਾਉਂਦੇ ਥੱਕ ਗਏ, ਭਾਵ ਉਹਨਾਂ ਦੀ ਬੁੱਧੀ ਥੱਕ ਗਈ। ਸਭ ਕੀਮਤ ਮਿਲ ਕੀਮਤ ਪਾਈ, ਸਾਰੀਆਂ ਮੱਤਾਂ ਮਿਲ ਕੇ ਵੀ ਉਸ ਪਰਮੇਸ਼ਰ ਵਾਹਿਗੁਰੂ ਦਾ ਅੰਤ ਨਹੀਂ ਕੋਈ ਪਾ ਸਕਦਾ। ਤੇ ਅਖੀਰ ਨੂੰ ਕਹਿਣਾ ਪਿਆ, ਵੇਦ ਕਹਿਣ ਇੱਕ ਬਾਤ। ਬਾਤ ਦਾ ਅਰਥ ਜਿਹੜੇ ਪੁਰਾਣਿਕ ਧਾਰਮਿਕ ਗ੍ਰੰਥ ਨੇ, ਜਿਵੇਂ 4 ਪੁਸਤਕਾਂ ਇਸਲਾਮ ਧਰਮ ਦੇ ਵਿੱਚ ਵੱਡੀਆਂ ਮੰਨੀਆਂ ਗਈਆਂ ਨੇ, ਜਿਵੇਂ ਜੰਬੂਰ, ਤੇ ਜਿਹੜਾ ਜੰਬੂਰ ਗ੍ਰੰਥ ਆ ਇਹਦਾ ਕਰਤਾ ਮੰਨਿਆ ਗਿਆ ਹਜ਼ਰਤ ਦਾਊਦ। ਇੱਕ ਹੈਗਾ ਤੁਰੇਤ, ਜਿਹੜਾ ਤੁਰੇਤ ਗ੍ਰੰਥ ਆ ਇਸਲਾਮ ਧਰਮ ਦਾ, ਇਹਦਾ ਜਿਹੜਾ ਕਰਤਾ ਮੰਨਿਆ ਗਿਆ ਉਹ ਹੈ ਹਜ਼ਰਤ ਮੂਸਾ। ਇੱਕ ਹੈ ਅੰਜੀਲ। ਇਸਲਾਮ ਧਰਮ ਦੇ 4 ਗ੍ਰੰਥ ਨੇ। ਜਿਹੜਾ ਅੰਜੀਲ ਆ ਇਹਦਾ ਕਰਤਾ ਮੰਨਿਆ ਗਿਆ ਈਸਾ, ਤੇ ਕੁਰਾਨ ਸ਼ਰੀਫ ਜਿਹੜਾ ਹੈ ਇਹਦਾ ਕਰਤਾ ਮੰਨਿਆ ਗਿਆ ਮੁਹੰਮਦ ਸਾਹਿਬ। ਤੇ ਇਹ 4 ਪੁਸਤਕਾਂ ਨੇ,
ਤੇ 4 ਵੇਦ, ਸਾਮ ਵੇਦ, ਰਿਗ ਵੇਦ, ਜਜੁਰਵੇਦ, ਅਥਰਵਣ ਵੇਦ, ਵੇਦ ਸ਼ਬਦ ਵਿੱਚ ਸਾਰੇ ਗਿਆਨ ਵਾਲੇ ਗ੍ਰੰਥਾਂ ਨੇ ਇੱਕੋ ਹੀ ਗੱਲ ਕਹਿਣਾ ਕੀਤੀ ਹੈ। ਸਹਸ 18 ਕਹਿਨ ਕਤੇਬਾ, ਅਸਲੋ ਇਕ ਧਾਤ। ਇਸਲਾਮ ਧਰਮ ਦੇ ਵਿੱਚ ਇੱਕ ਧਾਰਨਾ ਮੰਨੀ ਗਈ ਆ ਵੀ 18,000 ਆਲਮ ਹਨ, ਵਿਦਵਾਨ ਮੰਨੇ ਗਏ ਨੇ। ਆਲਮ ਕਹਿੰਦੇ ਨੇ ਵਿਦਵਾਨਾਂ ਨੂੰ, ਕਹਿੰਦੇ 18,000 ਵਿਦਵਾਨ ਮੰਨੇ ਗਏ ਨੇ। ਸਹਿਸ ਦਾ ਅਰਥ ਹੁੰਦਾ 1000। 18,000 ਜਿਹੜੇ ਉਹ ਆਲਮ ਨੇ, ਉਹਨਾਂ ਦੇ ਵਿਦਵਾਨ ਨੇ, ਉਹਨਾਂ ਨੇ ਗ੍ਰੰਥ ਲਿਖੇ ਨੇ ਤੇ ਸਾਰੇ ਇੱਕੋ ਹੀ ਗੱਲ ਕਹਿੰਦੇ ਨੇ। ਕਹਿਣ ਕਤੇਬਾ, ਇਹ ਕਤੇਬਾਂ ਇੱਕੋ ਹੀ ਗੱਲ ਕਹਿੰਦੇ ਨੇ। ਅਸਲੂ ਤੋਂ ਭਾਵ ਹੁੰਦਾ ਅਸਲ ਦੇ ਵਿੱਚ ਵੀ ਉਹ ਇੱਕ ਹੈ ਪ੍ਰਮਾਤਮਾ, ਤੇ ਸਾਰੀ ਮਾਇਆ ਉਸ ਵਾਹਿਗੁਰੂ ਪ੍ਰਮਾਤਮਾ ਦੀ ਰਚਨਾ ਹੈ, ਤੇ ਇਹ ਸਾਰੀ ਮਾਇਆ ਉਹਦੇ ਹੁਕਮ ਦੇ ਵਿੱਚ ਆ। ਤੇ ਅਖੀਰ ਇਹ ਜਿਹੜੀ ਮਾਇਆ ਹੈ ਇੱਕ ਦੇ ਵਿੱਚ ਹੀ ਲੀਨ ਹੋ ਜਾਂਦੀ ਹੈ। ਗੁਣ ਗਾ ਗਾ ਕੇ ਗੁਣਾਂ ਦੇ ਵਿੱਚ ਲੀਨ ਹੋ ਸਕਦੇ ਹਨ। ਅਸਲੂ ਇੱਕ ਧਾਤ, ਇੱਕ ਹੀ ਰੱਬ ਹੈ ਜਿਨੇ ਸਾਰੀ ਸ੍ਰਿਸ਼ਟੀ ਨੂੰ ਧਾਰਨ ਕੀਤਾ ਹੋਇਆ। ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ। ਜਿਨੇ ਸਾਰਿਆਂ ਨੂੰ ਨੱਥਿਆ ਹੋਇਆ, ਤੇ ਉਹਦੇ ਵਿੱਚ ਕਿਵੇਂ ਲੀਨ ਹੋ ਸਕਦੇ ਹਾਂ? ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਉਹਦੇ ਗੁਣ ਗਾ ਗਾ ਕੇ ਉਹਦੇ ਗੁਣਾਂ ਦੇ ਵਿੱਚ ਸਮਾਇਆ ਜਾ ਸਕਦਾ। ਉਹਦੇ ਗੁਣਾਂ ਦਾ ਹਿਸਾਬ ਨਹੀਂ ਰੱਖਿਆ ਜਾ ਸਕਦਾ। ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼। ਲੇਖਾ ਕਰਨ ਵਾਸਤੇ ਹਿਸਾਬ ਕਰਨ ਵਾਲਾ ਤਾਂ ਖਤਮ ਹੋ ਸਕਦਾ, ਪਰ ਉਸ ਵਾਹਿਗੁਰੂ ਦੇ ਗੁਣਾਂ ਦਾ ਹਿਸਾਬ ਨਹੀਂ ਕੋਈ ਕਰ ਸਕਦਾ। ਕੌਣ ਤਰਾਜੀ ਕਵਣ ਤੁਲਾ, ਤੇਰਾ ਕਵਣ ਸਰਾਫ ਬੁਲਾਵਾ। ਕੌਣ ਗੁਰੂ ਕੈ ਪਹਿ ਦੀਖਿਆ ਲੇਵਾ, ਕੈ ਪਹਿ ਮੁੱਲ ਕਰਾਵਾ। ਮੈਂ ਕਿਹੜੇ ਗੁਰੂ ਕੋਲੋਂ ਐਸੀ ਦੀਖਿਆ ਲੈ ਲਵਾਂ ਜਿਹਦੇ ਨਾਲ ਤੈਨੂੰ ਜਾਣ ਸਕਾਂ। ਉਹਦੇ ਗੁਣਾਂ ਨੂੰ ਗਿਣਿਆ ਤੋਲਿਆ ਨਾਪਿਆ ਨਹੀਂ ਜਾ ਸਕਦਾ। ਕਹਿੰਦੇ ਓਏ ਮਨਾ, ਤੇਰੀ ਬੁੱਧੀ ਦੀ ਤੱਕੜੀ ਦੇ ਵਿੱਚ ਉਸ ਪ੍ਰਮਾਤਮਾ ਨੇ ਪੂਰਾ ਨਹੀਂ ਉਤਰਨਾ। ਤੂੰ ਇੱਕੋ ਹੀ ਗੱਲ ਕਹਿਆ ਕਰ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ। ਤੂੰ ਜਲ ਥਲ ਮਹੀਲ ਭਰਪੁਰ ਲੀਣਾ, ਤੂੰ ਆਪੇ ਸਰਬ ਸਮਾਣਾ। ਲੇਖਾ ਹੋਏ ਵਿਨਾਸ਼। ਆਪਾਂ ਉਹਦੇ ਵਾਹਿਗੁਰੂ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ, ਕੋਈ ਹਿਸਾਬ ਨਹੀਂ ਕਰ ਸਕਦਾ। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਉਸ ਵਾਹਿਗੁਰੂ ਨੂੰ ਵੱਡਾ ਵੱਡਾ ਕਹਿਣਾ ਹੀ ਬਣਦਾ, ਇਹੀ ਜੋਗ ਆ। ਉਹ ਕਿੰਨਾ ਕੁ ਵੱਡਾ ਅਸੀਂ ਆਖ ਨਹੀਂ ਸਕਦੇ, ਆਪੇ ਜਾਣੈ ਆਪ। ਤੇ ਉਹ ਵਾਹਿਗੁਰੂ ਆਪ ਹੀ ਜਾਣਦਾ ਹੈ। ਸੁਣ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਕਹਿਣਾ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੇ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਬਸ ਥੋੜੇ ਫਰਕ ਨਾਲ ਇਹੀ ਸ਼ਬਦ ਆਪਾਂ ਗੁਰੂ ਸਾਹਿਬ ਦੇ ਜਿਹੜੇ ਨੇ ਇਹਨਾਂ ਨੂੰ ਪੜ੍ਹਦੇ ਰਹੀਏ। ਗੁਰੂ ਦੇ ਸ਼ਬਦਾਂ ਨੂੰ ਜਦੋਂ ਪੜ੍ਹਾਂਗੇ ਫਰਕ ਇਹੀ ਹੁੰਦਾ, ਬਸ ਥੋੜ੍ਹਾ ਜਿਹਾ ਵੀ ਅਸੀਂ ਵਿਚਾਰ ਕੇ ਨਹੀਂ ਪੜ੍ਹਦੇ। ਜਦੋਂ ਵਿਚਾਰਾਂਗੇ ਤੇ ਗੁਰਮੁਖ ਪਿਆਰਿਓ ਫਿਰ ਸਮਝ ਆ ਜਾਵੇਗੀ, ਫਿਰ ਸਤਿਗੁਰੂ ਦੀ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੋ ਜਾਂਦੀ ਹੈ। ਅਗਲੀ 23ਵੀਂ ਪੌੜੀ ਵਿੱਚ ਸਤਿਗੁਰੂ ਜੀ ਹੋਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਤੇ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਹਨ ਜੀ। ਸਾਲਾਹੇ ਸਾਲਾਹੇ
ਏਤੀ ਸੁਰਤ ਨ ਪਾਈਆ। ਹੁਣ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜਿਹੜੇ ਸਲਾਹੁਣ ਯੋਗ ਆ ਉਹਦੀ ਸਿਫਤ ਸਲਾਹ ਕਰ। ਵੈਸੇ ਵੀ ਮਨੁੱਖ ਨੇ ਦੁਨੀਆ ਦੇ ਵਿੱਚ ਬੜਾ ਨਾਮ ਕਮਾਇਆ, ਧਨ ਕਮਾਇਆ, ਪਰ ਸ਼ਾਂਤੀ, ਸਦੀਵੀ ਸੁੱਖ, ਧੀਰਜ ਤੋਂ ਦੂਰ ਚਲਿਆ ਗਿਆ। ਇਹ ਵਸਤੂਆਂ ਕਿਵੇਂ ਕਮਾਉਣੀਆਂ ਨੇ? ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਨੇ, ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣ। ਰਸਨਾ ਦੇ ਨਾਲ ਉਸ ਵਾਹਿਗੁਰੂ ਦੇ ਗੋ ਮਣੇ ਧਰਤੀ ਪਾਲ, ਧਰਤੀ ਦਾ ਪਾਲਕ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹ ਖਜ਼ਾਨਾ ਹੈ ਵੱਡਾ, ਉਹਦੇ ਗੁਣਾਂ ਨੂੰ ਗਾਈਏ, ਫਿਰ ਸਾਡੇ ਅੰਦਰ ਸ਼ਾਂਤੀ, ਸਹਿਜਤਾ, ਖੁਸ਼ੀਆਂ ਤੇ ਗੁਰਮੁਖ ਪਿਆਰਿਓ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਣਗੀਆਂ। ਉਹ ਜਿਹੜਾ ਸਲਾਹੁਣੇ ਯੋਗ ਪਰਮੇਸ਼ਰ ਵਾਹਿਗੁਰੂ ਪ੍ਰਮਾਤਮਾ ਹੈ, ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ, ਤੇ ਉਹਨੂੰ ਸਲਾਹੁਣਾ ਕਰੀਏ। ਇਹ ਸਮਝ ਤਾਂ ਨਹੀਂ ਆਈ ਕਿ ਸ੍ਰਿਸ਼ਟੀ ਕਦੋਂ ਤੋਂ ਬਣੀ ਆ, ਪਰ ਜਿਨ੍ਹਾਂ ਨੇ ਗੁਣ ਗਾਏ, ਗੁਣ ਗਾਉਂਦਿਆਂ ਗਾਉਂਦਿਆਂ ਉਹਨਾਂ ਦੀ ਅਵਸਥਾ ਇਹ ਬਣ ਗਈ ਕਿ ਜਿਹਦੇ ਗੁਣ ਗਾਏ ਉਹਦੇ ਵਿੱਚ ਲੀਨ ਹੋ ਗਏ। ਮਿਸਾਲ ਦਿੱਤੀ, ਕਹਿੰਦੇ ਵੀ ਜਿਵੇਂ ਸਮੁੰਦਰ ਦੇ ਪਾਣੀ ਵਿੱਚੋਂ ਭਾਫ ਬਣ ਕੇ ਉੱਡਦਾ ਹੈ, ਸਮੁੰਦਰ ਦੇ ਵਿੱਚੋਂ ਜਿਹੜਾ ਪਾਣੀ ਆ ਉਹ ਭਾਫ ਬਣ ਕੇ ਉੱਡਦਾ, ਤੇ ਬੱਦਲ ਬਣ ਗਏ, ਪਹਾੜਾਂ ਤੇ ਜਾ ਕੇ ਵਰਖਾ ਕੀਤੀ, ਉਹ ਪਾਣੀ ਫਿਰ ਆਪਣੇ ਮੂਲ ਦੇ ਵੱਲ ਨੂੰ ਜਾਂਦਾ। ਜਿਹੜਾ ਪਾਣੀ ਭਾਫ ਬਣਿਆ ਪਹਾੜਾਂ ਦੇ ਉੱਪਰ ਵਰਸਿਆ ਤੇ ਅਖੀਰ ਨੂੰ ਗਿਆ ਕਿੱਧਰ? ਆਪਣੇ ਮੂਲ ਦੇ ਵੱਲ, ਨਦੀ ਬਣ ਕੇ ਸਮੁੰਦਰ ਦੇ ਵੱਲ ਜਾ ਰਿਹਾ। ਜੇ ਕੋਈ ਵਿਛੜ ਕੇ ਨਾਲਾ ਬਣ ਗਿਆ ਤਾਂ ਅੱਗੇ ਜਾ ਕੇ ਫਿਰ ਨਦੀ ਦੇ ਵਿੱਚ ਪੈ ਜਾਵੇ ਤਾਂ ਨਦੀ ਆਪਣਾ ਰੂਪ ਦੇ ਦਿੰਦੀ ਆ ਉਹਨੂੰ। ਫਿਰ ਜਦ ਸਮੁੰਦਰ ਦੇ ਵਿੱਚ ਨਦੀ ਜਾ ਕੇ ਪਵੇਗੀ ਫਿਰ ਉਹ ਸਮੁੰਦਰ ਆਪਣਾ ਹੀ ਨਾਮ ਦੇ ਦਿੰਦਾ। ਤੇ ਮੋਮਬੱਤੀ ਆਪਾਂ ਜਦੋਂ ਜਲਾਉਂਦੇ ਆ ਉਹਦੀ ਜਿਹੜੀ ਲਾਟ ਹੁੰਦੀ ਆ ਉਹ ਉੱਪਰ ਨੂੰ ਜਾਂਦੀ ਆ। ਮੋਮਬੱਤੀ ਜਦੋਂ ਚਲਾਉਂਦੇ ਉਹਦੀ ਲਾਟ ਉੱਪਰ ਨੂੰ ਜਾਂਦੀ ਆ, ਤੇ ਮੋਮ ਜਿਹੜੀ ਹੁੰਦੀ ਆ ਉਹ ਥੱਲੇ ਨੂੰ ਢਲਦੀ ਆ, ਧਰਤੀ ਤੇ ਡਿੱਗਦੀ ਆ, ਕਿਉਂਕਿ ਉਹਦਾ ਕੇਂਦਰ ਜਿਹੜਾ ਉਹ ਧਰਤੀ ਆ ਮੋਮ ਦਾ, ਤੇ ਲਾਟ ਜਿਹੜੀ ਆ ਉੱਪਰ ਨੂੰ ਜਾਵੇਗੀ। ਕਿਉਂਕਿ ਉਹਦਾ ਜਿਹੜਾ ਕੇਂਦਰ ਆ ਉਹ ਉੱਪਰ ਆ, ਸੂਰਜ ਆ। ਲਾਟ ਦਾ ਕੇਂਦਰ ਸੂਰਜ ਆ ਤੇ ਮੋਮ ਦਾ ਕੇਂਦਰ ਧਰਤੀ ਆ। ਇਸੇ ਤਰ੍ਹਾਂ ਪਾਣੀ ਦਾ ਜਿਹੜਾ ਮੂਲ ਆ ਉਹ ਆ ਸਮੁੰਦਰ। ਸਮੁੰਦਰ ਚੋਂ ਉੱਠਿਆ ਪਾਣੀ, ਭਾਫ ਬਣਿਆ, ਭਾਫ ਬਣ ਕੇ ਉੱਠਿਆ, ਪਹਾੜਾਂ ਦੇ ਉੱਪਰ ਪਿਆ, ਤੇ ਪਾਣੀ ਉਹੀ ਪਹਾੜਾਂ ਤੋਂ ਨਦੀਆਂ ਨਾਲਿਆਂ ਦੇ ਰਾਹੀਂ ਸਮੁੰਦਰ ਦੇ ਵਿੱਚ ਪੈ ਗਿਆ। ਤੇ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ, ਸਤਿਗੁਰੂ ਮਹਾਰਾਜ ਸਾਨੂੰ ਆਪ ਨੂੰ ਇਸ ਪਾਵਨ ਬਾਣੀ ਦੇ ਵਿੱਚ ਸਮਝਾ ਰਹੇ ਹਨ, ਨਦੀਆ ਅਤੈ ਵਾਹ ਪਵਹਿ ਸਮੁੰਦ ਨ ਜਾਣੀਐ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਉਹਨਾਂ ਦੇ ਕਹਿੰਦੇ, ਭਾਈ ਗੁਰਦਾਸ ਜੀ ਕਹਿੰਦੇ ਵੀ 999 ਨਦੀਆਂ ਨੇ। ਭਾਈ ਗੁਰਦਾਸ ਜੀ ਦੇ ਬਚਨ ਆ ਵੀ ਜਿਹੜੀਆਂ ਹਰ ਵਕਤ ਹੀ ਚੱਲਦੀਆਂ ਨੇ, ਸੁੱਕਦੀਆਂ ਨਹੀਂ, ਜਿਨ੍ਹਾਂ ਦਾ ਵਹਾਅ ਵੀ ਬੜਾ ਤੇਜ਼ ਹੈ, ਅਨੇਕਾਂ ਪੱਥਰਾਂ ਦੇ ਨਾਲ ਟਕਰਾਉਂਦੀਆਂ ਨੇ, ਅਖੀਰ ਨੂੰ ਸਮੁੰਦਰ ਦੇ ਤੱਕ ਪਹੁੰਚਦੀਆਂ। ਪਰ ਕੀ ਉਹ ਨਾਲੇ ਨਦੀਆਂ ਜੋ ਸਮੁੰਦਰ ਦੇ ਵਿੱਚ ਜਿਹੜੀਆਂ ਚਲੀਆਂ ਗਈਆਂ, ਕੀ ਉਹਨਾਂ ਨੇ ਸਮੁੰਦਰ ਦਾ ਥਾਂ ਵੀ ਪਾ ਲਿਆ ਹੋਊਗਾ, ਅੰਤ ਪਾ ਲਿਆ ਹੋਊ ਉਹਨਾਂ ਨੇ? ਕਦੇ ਨਹੀਂ, ਕਿਉਂਕਿ ਉਹ ਨਦੀਆਂ ਨਹੀਂ ਰਹੀਆਂ, ਉਹ ਸਮੁੰਦਰ ਦਾ ਰੂਪ ਹੀ ਹੋ ਗਈਆਂ। ਤੇ ਗੁਰਮੁਖ ਪਿਆਰੋ, ਵਿਚਾਰਮਾਲਾ ਗ੍ਰੰਥ ਦੇ ਚੌਥੇ ਅਧਿਆਏ ਦੇ ਵਿੱਚ ਇਹ ਮਹਾਂਪੁਰਖਾਂ ਨੇ ਬਚਨ ਪੜ੍ਹਾਏ ਸੀ। ਸੰਤ ਗਿਆਨੀ ਗੁਰਦਿਆਲ ਸਿੰਘ ਜੀ ਪੰਜ ਗਰਾਈਆਂ ਵਾਲੇ ਮਹਾਂਪੁਰਖਾਂ ਦੇ ਪਾਸੋਂ
ਇਹ ਵਿਚਾਰਮਾਲਾ ਗ੍ਰੰਥ ਪੜ੍ਹਿਆ, ਉਹਨਾਂ ਨੇ ਬਚਨ ਪੜ੍ਹਾਇਆ ਸੀ। ਚੱਲੀ ਇਹ ਲਿਖਿਆ ਵਿਚਾਰਮਾਲਾ ਗ੍ਰੰਥ ਦੇ ਅੰਦਰ, ਚੱਲੀ ਪੂਤਰੀ ਲੂਣ ਕੀ ਥਾਹ ਸਿੰਧ ਕਾ ਲੈਣ, ਅਨਾਦ ਆਦ ਆਪੇ ਭਈ ਪਰ ਉਪਕਾਰ ਕੋ ਬੈਣ। ਕਹਿੰਦੇ ਇੱਕ ਲੂਣ ਦੀ ਡਲੀ ਸਮੁੰਦਰ ਦਾ ਅੰਤ ਪਾਉਣ ਵਾਸਤੇ ਤੁਰ ਪਈ। ਲੂਣ ਦੀ ਡਲੀ, ਹੁਣ ਲੂਣ ਦੀ ਡਲੀ ਸਮੁੰਦਰ ਦਾ ਅੰਤ ਪਾ ਸਕਦੀ ਆ? ਕਿਵੇਂ ਪਾਊ? ਤੇ ਡਲੀ ਸਮੁੰਦਰ ਦਾ ਕੀ ਥਾਹ ਪਾਵੇਗੀ, ਕੀ ਅੰਤ ਪਾਵੇਗੀ ਕਿ ਆਪਣੀ ਹਸਤੀ ਮਿਟਾ ਕੇ ਉਹਨੇ ਆਪਣੇ ਆਪ ਨੂੰ ਮਿਟਾਤਾ ਲੂਣ ਦੀ ਡਲੀ ਨੇ, ਤੇ ਉਹ ਪਾਣੀ ਦੇ ਵਿੱਚ ਹੀ ਜਾ ਕੇ ਮਿਲ ਗਈ। ਸੋ ਇਸ ਕਰਕੇ ਆਪਾਂ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਦੇ। ਉਹ ਪਰਮੇਸ਼ਰ ਵਾਹਿਗੁਰੂ ਬੇਅੰਤ ਹੈ। ਆਪਾਂ ਤਾਂ ਉਹਨੂੰ ਕੇਵਲ ਸਲਾਹੀ ਸਕਦੇ ਹਾਂ, ਉਹਦੇ ਗੁਣ ਹੀ ਗਾ ਸਕਦੇ ਹਾਂ। ਆਪਾਂ ਗੁਣ ਗਾ ਕੇ ਉਹਦੇ ਗੁਣਾਂ ਦੇ ਵਿੱਚ ਸਮਾ ਸਕਦੇ ਹਾਂ। ਸਮੁੰਦ ਸਾਹਾ ਸੁਲਤਾਨ, ਗਿਰਹਾ ਸੇਤੀ ਮਾਲ ਧਨ। ਕਹਿੰਦੇ ਸਮੁੰਦਰ ਦੇ ਵਿੱਚ ਲੀਨ ਹੋਣਾ ਹੀ ਅੰਤ ਦੀ ਸਫਲਤਾ। ਸਮੁੰਦਰ ਦੇ ਅੰਦਰ ਕਿੰਨੇ ਪਦਾਰਥ ਨੇ, ਗਿਣਤੀ ਨਹੀਂ ਹੋ ਸਕਦੀ। ਸਮੁੰਦ ਸਾਹਾ ਸੁਲਤਾਨ, ਗਿਰਹਾ ਸੇਤੀ ਮਾਲ ਧਨ। ਵੀ ਜੇ ਕਿਸੇ ਕੋਲ ਇੰਨੇ ਪਦਾਰਥ ਹੋਣ ਜਿਹਦੀ ਗਿਣਤੀ ਨਾ ਹੋ ਸਕੇ, ਜਿੰਨਾ ਸਮੁੰਦਰ 'ਚ ਪਾਣੀ ਆ, ਤੇ ਘਰ ਪਦਾਰਥਾਂ ਦੇ ਨਾਲ ਭਰਿਆ ਹੋਵੇ, ਐਡਾ ਵੱਡਾ ਰਾਜਾ ਹੋਵੇ, ਫੌਜਾਂ ਹੋਣ ਜਿਹਦੀ ਗਿਣਤੀ ਵੀ ਕੋਈ ਨਾ ਹੋਵੇ। ਸਿਕੰਦਰ ਨੇ ਤਾਂ ਹੀ ਕਿਹਾ ਸੀ ਨਾ ਵੀ ਮੇਰੇ ਹੱਥ ਬਾਹਰ ਰੱਖਿਓ, ਵੀ ਲੋਕਾਂ ਨੂੰ ਪਤਾ ਲੱਗ ਜੇ ਵੀ ਇੰਨੇ ਇਹਦੇ ਕੋਲੇ ਪਦਾਰਥ ਸੀ, ਵੈਦ ਹਕੀਮ ਸੀ, ਪਰ ਅੱਜ ਖਾਲੀ ਹੱਥ ਜਾ ਰਿਹਾ ਦੁਨੀਆ ਤੋਂ। ਗਿਰਹਾ ਸ਼ਬਦ ਇਹ ਬਹੁ ਵਚਨ, ਵੀ ਇੰਨਾ ਧਨ ਹੋਵੇ ਜਿਵੇਂ ਪਹਾੜ ਹੋਣ, ਵੱਡੇ ਵੱਡੇ ਪਹਾੜ, ਵੀ ਇੰਨੀ ਮਾਇਆ ਹੋਵੇ ਬੰਦੇ ਦੇ ਕੋਲ, ਜਿਵੇਂ ਪਹਾੜਾਂ ਦੇ ਵਿੱਚੋਂ ਧਾਤਾਂ ਨਿਕਲਦੀਆਂ, ਸੋਨਾ ਚਾਂਦੀ, ਵੀ ਇੰਨੇ ਧਨ ਪਦਾਰਥ ਕੋਲ ਹੋਣ, ਇੰਨੇ ਪਦਾਰਥਾਂ ਦੇ ਨਾਲ ਮਾਲਾ ਮਾਲ ਹੋਵੇ ਬੰਦਾ ਪਹਾੜਾਂ ਵਾਂਗੂ। ਪਰ ਜੇਕਰ ਸਭ ਕੁਝ ਕੋਲ ਹੋਵੇ, ਪਰਮਾਤਮਾ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਸਲਾਹ ਨਹੀਂ ਕੀਤੀ, ਤਾਂ ਗੁਰੂ ਸਾਹਿਬ ਜੀ ਕਹਿ ਰਹੇ ਹਨ, ਕੀੜੇ ਤੁਲ ਨਾ ਹੋਵਨੀ, ਜੇ ਤਿਸ ਮਨ ਹੋ ਨ ਵਿਸਰਹਿ। ਮਹਾਰਾਜ ਕਹਿੰਦੇ ਵੀ ਜਿਵੇਂ ਕੀੜੀ ਦੀ ਤਾਕਤ ਹੈ ਸਭ ਕੁਝ ਹੋ ਕੇ, ਕੀੜੀ ਸਮਾਨ ਵੀ ਤੇਰੀ ਤਾਕਤ ਨਹੀਂ। ਕੀੜੀ ਤੁਲ ਨਾ ਹੋਵਣੀ, ਜੇ ਤਿਸ ਮਨ ਹੋ ਨ ਵਿਸਰਹਿ। ਵੀ ਜੇ ਤੂੰ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਭੁੱਲ ਗਿਆ, ਹੁਣ ਕੀੜੀ ਦੇ ਬਰਾਬਰ ਹਾਥੀ ਦਾ ਆਕਾਰ ਕਿੱਡਾ ਵੱਡਾ ਹੁੰਦਾ। ਕੀੜੀ ਛੋਟੀ ਜਿਹੀ ਆ, ਹਾਥੀ ਬਾਹਲਾ ਵੱਡਾ, ਤੇ ਉਹਦੀ ਖੁਰਾਕ ਕਿੰਨੀ ਆ? 100 ਮਣ ਹਸਤੀ ਘਿਓ ਗੁੜ ਖਾਵੈ, 500 ਦਾਣਾ ਖਾਏ, ਡੱਕੈ ਫੂਕੈ ਖੇਹ ਉਡਾਵੈ, ਸਾਹੇ ਗਿਆ ਪਛਤਾਏ। ਮਹਾਰਾਜ ਕਹਿੰਦੇ ਵੀ ਬਹੁਤ ਪਦਾਰਥ ਹੋਣ ਦੇ ਨਾਲ ਹਉਮੈ ਹੋਵੇ ਤਾਂ ਫਿਰ ਹਾਥੀ ਦੇ ਸਮਾਨ ਆ। ਜੇ ਪਦਾਰਥ ਬਹੁਤੇ ਆ ਨਾ ਤੇਰੇ ਕੋਲ, ਰੱਬ ਨੇ 4 ਦਾਣੇ ਦਿੱਤੇ ਆ, 4 ਟਕੇ ਦੇਤੇ, 4 ਪੈਸੇ ਦੇਤੇ, ਜੇ ਤੂੰ ਹਉਮੈ ਕਰਦਾ, ਹੰਕਾਰ ਕਰਦਾ, ਫਿਰ ਤੂੰ ਹਾਥੀ ਦੇ ਸਮਾਨ ਆ। ਤੇ ਕਹਿੰਦੇ ਇਹਦਾ ਬਰਾਬਰ ਦੇਖਣਾ ਕਰੀਏ ਵੀ ਅੱਕ ਦਾ ਟਿੱਡਾ ਜਿਹੜਾ ਹੁੰਦਾ, ਅੱਕ ਦੇ ਉੱਪਰ ਬੈਠਾ ਹੁੰਦਾ ਟਿੱਡਾ, ਉਹਦਾ ਆਕਾਰ ਕੀ ਆ? ਅੱਕ ਤੇ ਬੈਠਾ ਟਾਹਣੀਆਂ ਅੱਕ ਦੀਆਂ ਖਾਂਦਾ, ਪਰ ਅੱਕ ਦੇ ਨਾਲ ਪ੍ਰੀਤੀ ਇੰਨੀ ਆ ਵੀ ਉਹਦੇ ਬੂਟੇ ਨੂੰ ਛੱਡਦਾ ਨਹੀਂ। ਅੱਕ ਸਿਉ ਪ੍ਰੀਤ ਕਰੇ ਅੱਕ ਤ੍ਰਿਡਾ, ਅੱਕ ਡਾਲੀ ਵਹਿ ਖਾਏ। ਹੁਣ ਅੱਕ ਦਾ ਬੂਟਾ, ਅੱਕ ਦੇ ਟਿੱਡੇ ਦਾ ਜੀਵਨ ਆਧਾਰ ਹੈ, ਤੇ ਉਹ ਬੂਟੇ ਦੇ ਵਿੱਚੋਂ ਹੀ ਪੈਦਾ ਹੋਇਆ, ਉੱਥੇ ਹੀ ਮਰਨਾ ਜੀਵਨ ਆਧਾਰ ਆ। ਤੇ ਉਹਦਾ ਇਸ ਤਰ੍ਹਾਂ ਮਨੁੱਖ ਦਾ ਜੀਵਨ ਆਧਾਰ ਕੀ ਆ? ਉਹ ਵਾਹਿਗੁਰੂ ਪ੍ਰਮਾਤਮਾ ਦੀ ਸਿਫਤ ਸਲਾਹ ਹੋਵੇ। ਆਪਾਂ ਵੀ ਆਪਣੇ ਜੀਵਨ ਦਾ ਆਧਾਰ ਪ੍ਰਮਾਤਮਾ ਦੀ ਸਿਫਤ ਸਲਾਹ ਬਣਾਈਏ।
ਸਾਡੀ ਵੀ ਅਵਸਥਾ ਇਹ ਬਣੇ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਇੰਨੀ ਪ੍ਰੀਤੀ ਹੋਵੇ ਤਾਂ ਦੁਨੀਆ ਦੀ ਦ੍ਰਿਸ਼ਟੀ ਵਿੱਚ ਭਾਵੇਂ ਅੱਕ ਦੇ ਟਿੱਡੇ ਵਾਂਗ ਹੋਵੇ, ਧਰਮ ਦੀ ਦ੍ਰਿਸ਼ਟੀ ਵਿੱਚ ਤੂੰ ਪ੍ਰਵਾਨ ਆ। ਖਸਮੈ ਭਾਵੈ ਓਹਾ ਚੰਗੀ, ਜੇ ਕਰੇ ਖੁਦਾਏ ਖੁਦਾਏ। ਹੁਣ ਤੀਜੀ ਮਿਸਾਲ ਦਿੰਦੇ ਨੇ, ਕਹਿੰਦੇ ਵੀ ਜਿਹੜੀ ਚਿੜੀ ਆ, ਚਿੜੀ ਦੀ ਖੁਰਾਕ ਬਹੁਤ ਥੋੜੀ ਹੁੰਦੀ ਹੈ, ਪਰ ਉਹਨੂੰ ਖਾਣ ਦੀ ਚਿੰਤਾ ਨਹੀਂ। 2-4 ਦਾਣੇ ਮਿਲ ਜਾਣ ਤਾਂ ਖਾ ਕੇ ਉਡਾਰੀ ਮਾਰ ਜਾਂਦੀ ਹੈ, ਤੇ ਉਹਦੇ ਸ਼ੁਕਰਾਨੇ ਦੇ ਵਿੱਚ, ਭਰੋਸੇ ਦੇ ਵਿੱਚ ਰਹਿੰਦੀ ਆ ਉਹ ਪਰਮੇਸ਼ਰ ਦੇ, ਵੀ ਅੱਜ ਮਿਲਿਆ ਕੱਲ ਨੂੰ ਵੀ ਮਿਲ ਜਾਵੇਗਾ। ਤੇ ਸੰਸਕ੍ਰਿਤੀ ਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਮਹਾਰਾਜ ਦਾ, ਜਿਹਦੇ ਵਿੱਚ ਮਹਾਰਾਜ ਕੀੜੀ ਦੀ ਉਦਾਹਰਨ ਦਿੰਦੇ ਆ। ਕਹਿੰਦੇ ਇੰਨੇ ਪਦਾਰਥ ਹੁੰਦਿਆਂ ਵੀ ਮਾਲਕ ਦੀ ਸਿਫਤ ਸਲਾਹ ਨਹੀਂ ਕੀਤੀ ਤਾਂ ਤੂੰ ਕੀੜੀ ਦੇ ਬਰਾਬਰ ਆ। ਮਹਾਰਾਜ ਬਚਨ ਆਉਂਦੇ ਸੰਸਕ੍ਰਿਤੀ ਦੇ ਵਿੱਚ, ਮਹਾਰਾਜ ਕਹਿੰਦੇ ਗਰਬੰਤ ਨਾਰੀ ਮਦੋਨ ਮਤੰ, ਬਲਵੰਤ ਬਲਾਤ ਕਾਰਨ ਹੈ, ਚਰਨ ਕਮਲ ਨਹਿ ਭਜੰਤ ਤ੍ਰਿਣ ਸਮਾਨ ਤ੍ਰਿਗ ਜਨਮ ਨਹਿ। ਵੀ ਜੇ ਪ੍ਰਮਾਤਮਾ ਦੇ, ਪਰਮੇਸ਼ਰ ਵਾਹਿਗੁਰੂ ਦੇ ਚਰਨ ਕਮਲਾਂ ਦੇ ਨਾਲ ਨਹੀਂ ਜੁੜਿਆ ਤਾਂ ਫਿਰ ਮਹਾਰਾਜ ਕਹਿੰਦੇ ਕੀ ਕਹਿੰਦੇ ਨੇ ਗੁਰੂ ਸਾਹਿਬ, ਕਹਿੰਦੇ ਇਹਦੀ ਕੀਮਤ ਤੀਲੇ ਵਰਗੀ ਆ, ਤ੍ਰਿਣ ਸਮਾਨ ਜਨਮ ਭ੍ਰਿਸ਼ਟਨ ਹੈ। ਹੇ ਪਪੀਲਕਾ ਗ੍ਰਸਤੇ ਗੋਬਿੰਦ ਸਿਮਰਨ ਤੋਯੰ ਧਨੇ, ਅਨਕ ਅਨਕ ਬਾਰ ਨਮੋ ਨਮః ਹੈ। ਦੁਨੀਆ ਦੀ ਦ੍ਰਿਸ਼ਟੀ ਵਿੱਚ ਤੁਛ ਹੈ, ਪਰ ਧਰਮ ਦੀ ਨਜ਼ਰ ਵਿੱਚ ਪ੍ਰਵਾਨ ਆ। ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ। ਮਿੱਤਰ ਨਾ ਇਠ ਧਨ ਰੂਪਹੀਨ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਕਹਿੰਦੇ ਸਾਰੀ ਦੁਨੀਆ ਦਾ ਰਾਜਾ, ਜਿਹਦੇ ਮਨ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਵਸਿਆ ਹੋਇਆ। ਇੰਨਾ ਬੰਦਾ ਨੀਵਾਂ ਬੰਦਾ, ਕੀੜੀ ਦੇ ਵਰਗਾ, ਪਰ ਜੇ ਮਹਾਰਾਜ ਕਹਿੰਦੇ ਉਹਦੇ ਅੰਦਰ ਸਿਫਤ ਸਲਾਹ ਹੈ ਪਰਮਾਤਮਾ ਦੀ, ਪਰਮੇਸ਼ਰ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ, ਤਾਂ ਮਹਾਰਾਜ ਕਹਿੰਦੇ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਭਾਈ, ਰਾਜਾ। ਉਹ ਪ੍ਰਵਾਨ ਹੋ ਜਾਂਦਾ ਹੈ। ਕੀੜੀ ਤੁਲ ਨਾ ਹੋਵਣ, ਜੇ ਤਿਸ ਮਨ ਹੋਣਾ ਵੀਸਰੈ। ਹੋ ਗਈ ਪੌੜੀ ਪੂਰੀ। ਤੇ ਮਹਾਰਾਜ ਕਹਿੰਦੇ ਜੇ ਤਿਸ ਮਨ ਹੋਣਾ ਵੀਸਰੈ, ਕਹਿੰਦੇ ਤੇਰੇ ਬਰਾਬਰ ਫਿਰ ਕੋਈ ਨਹੀਂ ਹੁੰਦਾ ਜੇ ਤੂੰ ਉਸ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਕਰੇ, ਜਿਹਦੇ ਉੱਤੇ ਉਹ ਕਿਰਪਾ ਕਰਦੇ। ਪਰਮੇਸ਼ਰ ਵਾਹਿਗੁਰੂ ਜਿਸਨੋਂ ਕਿਰਪਾ ਕਰੇ ਮੇਰੇ ਪਿਆਰੇ, ਸੋ ਜਸ ਤੇਰਾ ਗਾਵੈ। ਤੇ ਗੁਰਮੁਖ ਪਿਆਰਿਓ, ਉਹ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਆਪ ਕਿਰਪਾ ਕਰਦਾ ਹੈ। ਤੇ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਵੀ ਜਿੰਨਾ ਚਿਰ ਸਵਾਸ ਚੱਲਦੇ ਨੇ ਤੇ ਸ਼ਬਦ ਦੀ ਕਮਾਈ ਕਰੀਏ, ਫਿਰ ਅੰਤ ਸਮੇਂ ਇਹ ਸ਼ਬਦ ਸਾਡੀ ਸਹਾਇਤਾ ਕਰੇਗਾ। ਇਹ ਗੁਰਬਾਣੀ ਦੇ ਸ਼ਬਦ ਸਾਡੇ ਨਾਲ ਨਿਭਣਗੇ, ਫਿਰ ਇਹ ਲੋਕ ਤੇ ਪਰਲੋਕ ਜਿਹੜਾ ਸਾਡਾ ਉਹ ਸਵਰ ਜਾਵੇਗਾ। ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ। ਵਾਹਿਗੁਰੂ ਦਾ ਨਾਮ ਜਿਹੜਾ ਹੈ ਉਹ ਸਾਡੀ ਹਰ ਵੇਲੇ ਹਰ ਥਾਂ ਤੇ ਸਹਾਇਤਾ ਕਰਦਾ। ਹੰਕਾਰ ਨਾ ਕਰੀਏ, ਨਿਮਰਤਾ ਦੇ ਸਹਿਤ ਰਹੀਏ, ਨਿਮਰਤਾ ਦੇ ਸਹਿਤ ਹੋ ਕੇ ਜੀਵਨ ਬਤੀਤ ਕਰੀਏ। ਤੇ ਗੁਰਮੁਖ ਪਿਆਰੋ, ਨੀਵੇਂ ਰਹਾਂਗੇ ਜੇ ਰੱਬ ਦੀ ਯਾਦ ਪੱਲੇ ਆ ਤਾਂ ਉਹ ਪਰਮੇਸ਼ਵਰ ਦੇ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਵਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਸਤਿਗੁਰੂ ਮਹਾਰਾਜ, ਸਤਿਗੁਰਾਂ ਦੀ ਸੰਗਤ ਮਾਫੀ ਬਖਸ਼ਿਸ਼ ਕਰਨ। ਜੋ ਉਪਦੇਸ਼ ਮਹਾਰਾਜ ਨੇ ਬਖਸ਼ੇ ਨੂੰ ਹਿਰਦੇ ਵਿੱਚ ਵਸਾਈਏ, ਗੁਰਸਿੱਖੀ ਕਮਾਈਏ, ਲੋਕ ਸੁਖੀਏ ਪਰਲੋਕ ਸੁਹੇਲੇ ਹੋਈਏ। ਇੱਥੇ ਹੀ ਸਮਾਂ ਹੋ ਗਿਆ ਹੈ, ਆਖਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਕੀੜੇ ਤੁਲ ਨਾ ਹੋਵਨੀ, ਜੇ ਤਿਸ ਮਨ ਹੋ ਨ ਵੀਸਰਹਿ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।